ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਕੁਛ ਬੇਨਤੀਆਂ ਨੇ ਧਿਆਨ ਨੂੰ ਲੈ ਕੇ। ਵੈਸੇ ਤਾਂ ਆਪਾਂ ਕੱਲ੍ਹ ਦੀ ਅਕੱਥ ਕਥਾ ਦੇ ਵਿੱਚ ਵੀ ਵਿਚਾਰ ਕੀਤੀ ਸੀਗੀ, ਔਰ ਦੂਸਰੀ ਇਹ ਬੇਨਤੀਆਂ ਨੇ ਕਿ ਕਾਫੀ ਗੁਰਮੁਖ ਜਿਹੜੇ ਨਵੇਂ ਸੰਗਤ ਦੇ ਵਿੱਚ ਹੁਣ ਕੰਟੈਕਟ ਦੇ ਵਿੱਚ ਆ ਰਹੇ ਆ, ਸੰਪਰਕ 'ਚ ਆ ਰਹੇ ਆ ਸਾਰੇ ਗੁਰਮੁਖ। ਅਤੇ ਬਹੁਤੇ ਗੁਰਮੁਖ ਐਸੇ ਨੇ ਜਿਨ੍ਹਾਂ ਨੇ ਪਹਿਲੋਂ ਸਿਮਰਨ ਘੱਟ ਕੀਤਾ ਹੋਇਆ, ਔਰ ਧਿਆਨ ਦੇ ਵਿੱਚ ਜਾਂ ਯੋਗਾ ਵਗੈਰਾ ਕਰਕੇ ਜਾਂ ਕੁੰਡਲਨੀ ਯੋਗਾ ਦੇ ਵਿੱਚ ਜ਼ਿਆਦਾ ਕਰਕੇ ਉਹਨਾਂ ਨੇ, ਬਹੁਤਿਆਂ ਗੁਰਮੁਖਾਂ ਨੇ ਆਪਦੇ ਸਰੀਰ ਦਾ ਬੈਲੈਂਸ ਖਰਾਬ ਕੀਤਾ ਹੋਇਆ। ਜਾਂ ਬਹੁਤੇ ਗੁਰਮੁਖ ਐਸੇ ਨੇ ਜਿਹੜੇ ਕੁਝ ਸਮਾਂ ਪਹਿਲੋਂ ਰੰਗਾਂ ਦੇ ਵਿੱਚ ਧਿਆਨ ਧਰ ਕੇ ਮੈਡੀਟੇਸ਼ਨ ਕਰਦੇ ਰਹੇ, ਵੱਖ-ਵੱਖ ਰੰਗਾਂ ਦੇ ਵਿੱਚ। ਉਹਨਾਂ ਨੂੰ ਉਸ ਸਮੇਂ ਤਾਂ ਆਨੰਦ ਬਣਦਾ ਰਿਹਾ, ਪਰ ਥੋੜ੍ਹੇ ਸਮੇਂ ਬਾਅਦ ਜਿਵੇਂ ਜਿਵੇਂ ਜੋ ਨਰਵਸ ਸਿਸਟਮ ਦੇ ਉੱਪਰ ਲੋਡ ਪੈਂਦਾ ਗਿਆ, ਹੌਲੀ ਹੌਲੀ ਜੋ ਸਰੀਰ ਦੇ ਵਿੱਚ ਜਿੰਨੀ ਕੁ ਫ੍ਰਿਕਸ਼ਨ ਸੀਗੀ ਉਹ ਖ਼ਤਮ ਹੁੰਦੀ ਗਈ, ਔਰ ਜੋ ਸਰੀਰ ਦੇ ਵਿੱਚ ਇੱਕ ਥੋੜ੍ਹੀ ਜਿਹੀ ਸਹਿਜ ਦਿੱਤੀ ਹੁੰਦੀ ਹੈ ਕੁਦਰਤੀ ਤੌਰ 'ਤੇ ਸਾਡਾ ਸਰੀਰ ਸੂਟੇਬਲ ਚੱਲੇ, ਉਹ ਜਿਹੜੀ ਸਹਿਜ ਨੂੰ ਪਹਿਲੋਂ ਆਨੰਦ ਸਮਝ ਲੈਂਦੇ ਆ, ਪਰ ਫਿਰ ਜਿਵੇਂ ਗਲਤ ਤਰੀਕੇ ਦੇ ਨਾਲ ਧਿਆਨ ਲਾਉਣ 'ਤੇ ਹੌਲੀ ਹੌਲੀ ਥੋੜ੍ਹੇ ਸਮੇਂ ਦੇ ਵਿੱਚ ਉਹ ਸਹਿਜ ਖਤਮ ਹੋ ਜਾਂਦੀ ਆ ਅਤੇ ਫਿਰ ਸਟਰੈਸ ਲੋਡ ਪੈ ਗਿਆ। ਬਹੁਤੇ ਗੁਰਮੁਖ ਨੇ ਕੁਛ ਆਕਾਰਾਂ ਦਾ ਧਿਆਨ ਧਰਦੇ ਰਹੇ, ਜਾਂ ਬਹੁਤੇ ਗੁਰਮੁਖ ਐਸੇ ਨੇ ਜਿਨ੍ਹਾਂ ਨੇ ਗੁਰਮੰਤਰ ਨੂੰ ਨਹੀਂ ਜਪਿਆ, ਸਿੱਧਾ ਕਿਸੇ ਨਾ ਕਿਸੇ ਪੁਆਇੰਟ 'ਤੇ ਫੋਕਸ ਕੀਤੀ ਰੱਖਿਆ। ਔਰ ਕੁਛ ਗੁਰਮੁਖ ਐਸੇ ਵੀ ਪਿਛਲੇ ਦਿਨਾਂ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਮਤਲਬ ਆਪ ਮੁਹਾਰਾਈ ਸੁਣ ਸੁਣਾ ਕੇ ਵੱਖਰੀਆਂ ਵੱਖਰੀਆਂ ਯੂਟਿਊਬਸ 'ਤੇ ਉੱਪਰੋਂ ਵੀਡੀਓਜ਼ ਲੈ ਕੇ, ਕਿਉਂਕਿ ਬਹੁਤ ਸਾਰੇ ਆਲ ਇੰਡੀਆ ਦੇ ਵਿੱਚ ਕਾਫੀ ਸੈਂਟਰ ਨੇ ਜਿਹੜੀਆਂ ਆਪਦੀਆਂ ਵੀਡੀਓਜ਼ ਅਪਲੋਡ ਕਰਦੇ ਨੇ, ਔਰ ਉਹਨਾਂ ਤੋਂ ਸੁਣ ਸੁਣਾ ਕੇ ਹੀ ਕਿਸੇ ਨੇ ਸਿਰ 'ਚ ਧਿਆਨ ਲਾਇਆ, ਕਿਸੇ ਨੇ ਮੱਥੇ 'ਚ ਲਾਇਆ, ਕਿਸੇ ਨੇ ਤ੍ਰੈਕੁਟੀ 'ਤੇ ਲਾਇਆ, ਆਪ ਮੁਹਾਰਾ ਜਿਹੜਾ ਆ ਉਹ ਆਸਨ ਵਗੈਰਾ ਲਾਉਂਦੇ ਰਹੇ। ਔਰ ਉਹ ਇਸ ਗੁਰਮਤਿ ਭਗਤੀ ਨੂੰ ਬਹੁਤਿਆਂ ਦੇ ਮਨ 'ਚ ਇਹੀ ਆ ਵੀ ਸ਼ਾਇਦ ਇਹ ਕੋਈ ਮੈਡੀਟੇਸ਼ਨ ਹੈ ਜਾਂ ਸ਼ਾਇਦ ਇਹ ਕੋਈ ਯੋਗਾ ਹੈ। ਹੁਣ ਉਹਨਾਂ ਦੇ ਉੱਪਰ ਜਦੋਂ ਸਰੀਰ ਦੇ ਉੱਪਰ ਲੋਡ ਆ ਜਾਂਦਾ ਤਾਂ ਫਿਰ ਗੁਰਮੁਖ ਪੁੱਛਦੇ ਨੇ ਕਿ ਸਾਡੇ ਜਿਹੜੀਆਂ ਉਹਨਾਂ ਨੂੰ ਫਿਰ ਦਿੱਕਤਾਂ ਆਉਂਦੀਆਂ ਨੇ, ਇੱਕ ਤਾਂ ਗੁਰਮੁਖ ਜਿਨ੍ਹਾਂ ਦਾ ਧਿਆਨ ਗਲਤ ਲੱਗਾ ਹੁੰਦਾ, ਫਿਰ ਉਹਨਾਂ ਦੇ ਸਰੀਰ ਦੇ ਵਿੱਚ ਵਾਈਬ੍ਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਨਾਭੀ 'ਤੇ ਵਾਈਬ੍ਰੇਸ਼ਨ ਬਹੁਤੀ ਹੁੰਦੀ ਆ, ਜਾਂ ਮਸਤਕ ਦੇ ਵਿੱਚ ਵਾਈਬ੍ਰੇਸ਼ਨ ਬਹੁਤੀ ਹੁੰਦੀ ਆ। ਸਰੀਰ ਦੇ ਵੱਖ-ਵੱਖ ਪੁਆਇੰਟਸ ਦੇ ਵਿੱਚ ਰੀੜ੍ਹ ਦੀ ਹੱਡੀ ਦੇ ਵਿੱਚੋਂ ਕੁਛ ਗਰਮ ਇੱਕ ਐਨਰਜੀ ਨੇ ਉੱਪਰ ਚੜ੍ਹਨਾ, ਨੀਚੇ ਆਉਣਾ, ਕਿਉਂਕਿ ਸਾਡੇ ਈੜਾ ਅਤੇ ਪਿੰਗਲਾ ਦੋ ਨਾੜੀਆਂ ਨੇ। ਕਈ ਵਾਰੀ ਬਹੁਤੇ ਗੁਰਮੁਖਾਂ ਦਾ ਪਿੰਗਲਾ ਦਾ ਵੇਗ ਵੱਧ ਜਾਂਦਾ ਆ, ਅਤੇ ਫਿਰ ਇੰਝ ਲੱਗਦਾ ਕਿ ਜਿੱਦਾਂ ਰੀੜ੍ਹ ਦੀ ਹੱਡੀ ਨਾਲ ਉੱਪਰ ਕੁਛ ਚੜ੍ਹਦਾ, ਸਿਰ 'ਚ ਕੁਛ ਚੜ੍ਹਦਾ। ਬਹੁਤੇ ਗੁਰਮੁਖ ਇਹ ਕਹਿੰਦੇ ਆ ਕਿ ਮੱਥੇ ਦੇ ਉੱਪਰੋਂ ਕੁਛ ਸਾਨੂੰ ਚੜ੍ਹਦਾ, ਔਰ ਕੁਛ ਗੋਲ ਗੋਲ ਘੁੰਮਦਾ ਮੱਥੇ ਦੇ ਵਿੱਚ, ਬੋਡੀ ਦੇ ਵਿੱਚ ਕੁਛ ਗੋਲ ਗੋਲ ਘੁੰਮਦਾ। ਉਸ ਸਮੇਂ ਤਾਂ ਉਹਨਾਂ ਨੂੰ ਜਿਵੇਂ ਪਹਿਲਾਂ ਇਹ ਲੱਗਦਾ ਵੀ ਸ਼ਾਇਦ ਸਾਡੇ ਕਿਰਪਾ ਹੋ ਰਹੀ ਹੈ, ਜਾਂ ਕੱਚੇ ਜਿਹੜੇ ਹੁੰਦੇ ਆ ਨਾੜੀ ਆਗੂ ਹੁੰਦੇ ਆ, ਉਹਨਾਂ ਨੂੰ ਸਿਰਫ ਆਪਦੀ ਸ਼ੋਹਰਤ ਵਾਸਤੇ ਕਹਿ ਦਿੰਦੇ ਆ ਵੀ ਤੁਹਾਡੇ 'ਤੇ ਬਹੁਤ ਕਿਰਪਾ, ਤੁਹਾਨੂੰ ਤਾਂ ਸੱਚਖੰਡ ਦੇ ਵਿੱਚ ਤੁਹਾਡਾ ਮਨ ਜਾ ਰਿਹਾ, ਤੁਹਾਡਾ ਮਨ ਤਾਂ ਗਾਂਹ ਦੀ ਗਾਂਹ ਨਿਕਲਦਾ ਜਾ ਰਿਹਾ। ਪਰ ਫਿਰ ਜਦੋਂ ਸਾਲ 2 ਸਾਲ ਉਹਨਾਂ ਦਾ ਕੁਛ ਵਿਗੜਦਾ ਨਹੀਂ, ਅਤੇ ਜਿਹੜਾ ਜੀਵ ਇਸ ਤਰ੍ਹਾਂ ਭੁੱਲ ਕੇ ਮਾਰਗ ਉੱਪਰ ਚੱਲਦਾ ਰਹਿੰਦਾ, ਉਹਦਾ ਨੁਕਸਾਨ ਹੋ ਜਾਂਦਾ। ਫਿਰ ਉਹ ਦੇਖਦਾ, ਔਰ ਫਿਰ ਇੱਕ ਸਟਰੈਸ ਅਲੱਗ ਤੋਂ ਬਣ ਜਾਂਦਾ। ਸੁਪਨੇ ਚੱਲਣੇ, ਰਾਤ ਨੂੰ ਸਾਰੀ ਰਾਤ ਮਨ ਨੇ ਭਵਜਲ ਦੇ ਵਿੱਚ ਡਿੱਗਿਆ ਰਹਿਣਾ, ਨੀਂਦ ਨਾ ਪੂਰੀ ਹੋਣੀ, ਚਾਹੇ 10 ਘੰਟੇ ਵੀ ਸੌਂ ਲੈਣ ਪਰ ਇੱਦਾਂ ਲੱਗਦਾ ਕਿ ਨੀਂਦ ਨਹੀਂ ਆਈ, ਐਨਜ਼ਾਈਟੀ ਹੋ ਜਾਣੀ, ਮਨ ਦੇ ਵਿੱਚ ਖਿਝ ਆਉਣੀ, ਖਿਝਿਆ ਰਿਹਾ ਰਹਿਣਾ, ਸਰੀਰ ਦੇ ਵਿੱਚ ਗੁੱਸਾ ਆਉਣਾ। ਬਹੁਤ ਸਾਰਿਆਂ ਨੂੰ ਜਿਹੜੀਆਂ ਹੈਗੀਆਂ ਨੇ ਫਿਰ ਸਰੀਰ ਦੀਆਂ ਜਿਹੜੀਆਂ ਕਾਮ ਦੇ ਪ੍ਰਤੀ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਵਿਜ਼ਨ ਦੇ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ, ਭੁੱਖ ਘੱਟ ਲੱਗਣੀ, BP ਲੋ ਰਹਿਣਾ, ਇੱਦਾਂ ਦੀਆਂ ਕਾਫੀ ਪ੍ਰੋਬਲਮਸ ਨੇ। ਹੁਣ ਇਹੀ ਹੈ ਗੁਰਮੁਖ ਪਿਆਰਿਓ ਕਿ ਜਿਹੜਾ ਗੁਰਮਤਿ ਦੇ ਵਿੱਚ ਸਾਨੂੰ ਅਨਾਹਦ ਸ਼ਬਦ ਦੇ ਬਾਰੇ ਦੱਸਿਆ ਆ, ਜੋ ਮਹਾਰਾਜ ਨੇ ਸਾਨੂੰ ਦੱਸਿਆ, ਕਰ ਕਰ ਤਾਲ ਪਖਾਵਜ, ਨੈਨੋ ਮਾਥੇ ਵਜੈ ਰਬਾਬਾ, ਕਰਨੋ ਮਦ ਬਾਂਸਰੀ ਬਾਜਾ, ਜੀਵਾ ਧੁਨ ਅਗਾਜਾ। ਜੋ ਸਾਨੂੰ ਸਾਜ਼ ਦੱਸੇ ਹੋਏ ਨੇ ਵੀ ਸਾਡੇ ਅੰਦਰ ਸਾਜ਼ ਵੱਜਦੇ ਨੇ ਅਨਾਹਦ ਸ਼ਬਦਾਂ ਦੇ, ਜੋ ਸਾਨੂੰ ਦੱਸਿਆ ਹੋਇਆ ਆ, ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਧਨੀ, ਪੰਜ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖਣ ਗਾਜੇ। ਵੀ ਮਸਤਕ ਦੀ ਪਦਮ ਦੇ ਥੱਲੇ ਤਿੰਨਾਂ ਭਵਨਾਂ ਦਾ ਧਨੀ ਆ, ਉੱਥੇ 5 ਸ਼ਬਦ ਵੱਜਦੇ ਪਿਆ, ਅਨਾਹਦ ਸ਼ਬਦ ਚੱਲਦਾ। ਜਾਂ ਮਹਾਰਾਜ ਨੇ ਕਿਹਾ ਅੰਤਰ ਖੂਟਾ ਅੰਮ੍ਰਿਤ ਭਰਿਆ, ਸਭ ਦੇ ਕੱਢ ਪੀਏ ਪਨਿਹਾਰੀ। ਜੋ ਇਹ ਵੱਖਰੀਆਂ ਵੱਖਰੀਆਂ ਅਵਸਥਾ ਦੱਸੀਆਂ, ਅੰਮ੍ਰਿਤ ਰਸ ਦੀ ਦੱਸੀ ਆ, ਅਨਾਹਦ ਸ਼ਬਦਾਂ ਦੀ ਦੱਸੀ ਆ, ਪ੍ਰਕਾਸ਼, ਜੋਤ, ਸਰੂਪ, ਚਾਨਣ ਦੀਆਂ ਗੱਲਾਂ ਕੀਤੀਆਂ, ਇਹ ਸਾਰੀਆਂ ਗੁਰਮੁਖ ਪਿਆਰਿਓ ਸਰੀਰ ਦੇ ਵਿੱਚ ਪਾਉਣ ਤੋਂ ਵੱਖ ਹੋ ਕੇ। ਪਾਉਣ ਤੋਂ ਵੱਖ ਹੋਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਾਰਿਆਂ ਨਾਲੋਂ ਪਹਿਲਾਂ ਜੋ ਸਾਡੀ ਪਹਿਲੀ ਪੌੜੀ ਆ, ਮਹਾਰਾਜ ਨੇ ਕਿਹਾ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ, ਗੁਰਮੰਤਰ, ਵਾਹਿਗੁਰੂ ਗੁਰਮੰਤਰ।
ਵਾਹਿਗੁਰੂ ਗੁਰਮੰਤਰ ਨੂੰ ਅਸੀਂ ਸਵਾਸ ਗ੍ਰਾਸ ਸਾਸ ਇੰਨਾ ਪ੍ਰਪੱਖ ਕਰ ਲੈਂਦੇ ਹਾਂ ਕਿ ਗੁਰਮੰਤਰ ਦੀ ਪ੍ਰਪੱਖਤਾ ਦੇ ਨਾਲ ਸਾਡਾ ਮਨ ਰੰਗਿਆ ਜਾਂਦਾ ਆ। ਰੰਗਣ ਤੋਂ ਭਾਵ ਕਿ ਜਿਹੜੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰ ਆਉਂਦੇ ਆ ਸਾਡੇ ਅੰਦਰ, ਈਰਖਾ ਦਵੈਸ਼ ਜਾਂ ਸਾਡੇ ਅੰਦਰ ਮਾਇਆ ਦੇ ਪ੍ਰਬਲ ਫੁਰਨੇ ਆਉਂਦੇ ਆ, ਉਹ ਪਹਿਲੋਂ ਪਾਸੇ ਹਟਦੇ ਆ ਅਤੇ ਸਾਡਾ ਮਨ ਇੱਕ ਸਹਿਜ ਦੇ ਵਿੱਚ ਰਹਿਣ ਦਾ ਆਦੀ ਹੋ ਜਾਂਦਾ, ਸਹਿਜ ਵਿੱਚ ਰਹਿਣ ਦਾ ਵਾਸੀ ਹੋ ਜਾਂਦਾ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਮਨ ਨੂੰ ਰੰਗਿਆ ਹੋਇਆ ਸਮਝਿਆ ਜਾਂਦਾ। ਫਿਰ ਮਨ ਗੁਰਮੰਤਰ ਦਾ ਜਾਪ ਕਰਕੇ ਸਰੀਰ ਤੋਂ ਵੱਖ ਹੋਣਾ ਇਹ ਬਾਖੂਬੀ ਸਮਝ ਲੈਂਦਾ ਹੈ ਕਿ ਸਰੀਰ ਤੋਂ ਵੱਖ ਕਿਵੇਂ ਹੋਣਾ, ਭਾਵ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਆਪਦੇ ਸਰੀਰ ਨੂੰ ਭੁੱਲ ਜਾਣਾ। ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਆਪ ਦੀਆਂ ਜੋ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਾਡੀਆਂ ਅੱਖਾਂ, ਕੰਨ, ਨੱਕ, ਬੁੱਲ ਸਭ ਭੁੱਲ ਜਾਣਾ। ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਅਨਾਹਦ ਬਾਣੀ ਨੂੰ ਸੁਣਨਾ ਸਿੱਖ ਲੈਣਾ। ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਆਪ ਦੀ ਮਰਜ਼ੀ ਦੇ ਨਾਲ ਅਸੀਂ ਅਨਾਹਦ ਸ਼ਬਦਾਂ ਨੂੰ ਚਾਹੇ ਇੱਕ ਪੈਰ ਸੁਣੀਏ ਚਾਹੇ ਦੋ ਪੈਰ ਸੁਣੀਏ, ਅਸੀਂ ਸਹਿਜ ਦੇ ਵਿੱਚ ਕਿਵੇਂ ਸਮਾਉਣਾ। ਗੁਰਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਆਪ ਦੀ ਮਰਜ਼ੀ ਦੇ ਨਾਲ ਅਸੀਂ ਅੰਮ੍ਰਿਤ ਰਸ ਕੱਢਣਾ ਸਿੱਖ ਜਾਂਦੇ ਹਾਂ। ਉਸ ਵਕਤ ਕਹਿੰਦੇ ਨੇ ਕਿ ਇਹ ਮਨ ਜਿਹੜਾ ਹੈ ਇਹ ਪਾਉਣ ਤੋਂ ਵੱਖ ਹੋ ਗਿਆ, ਇਹਨੇ ਪਾਉਣ ਤੋਂ ਵੱਖ ਹੋਣਾ ਸਿੱਖ ਲਿਆ। ਸ਼ਬਦ ਦਾ ਅਭਿਆਸ ਕਰਕੇ ਆਪ ਦੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ ਸਿੱਖ ਲੈਣਾ। ਸ਼ਬਦ ਦਾ ਅਭਿਆਸ ਕਰਕੇ ਆਪ ਦੇ ਮਨ ਨੂੰ ਇੱਕ ਜੋ ਮਾਇਆ ਦੇ ਵਿਚਾਰ ਆਉਂਦੇ ਨੇ, ਫੁਰਨੇ ਆਉਂਦੇ ਨੇ, ਆਪ ਦੀ ਮਰਜ਼ੀ ਦੇ ਨਾਲ ਉਹਨਾਂ ਤੋਂ ਪਾਸੇ ਕਰਨਾ ਸਿੱਖ ਲੈਣਾ। ਇਹ ਸਾਰਾ ਪਹਿਲੀ ਸਟੇਜ ਦੇ ਉੱਪਰ ਹੀ ਇਹ ਧਰਮ ਦੀ ਪੌੜੀ ਜਿਹੜੀ ਆ ਗੁਰਮੰਤਰ ਦੀ ਪ੍ਰਪੱਖਤਾ ਦੇ ਵਿੱਚ ਹੀ ਸਾਨੂੰ ਸਾਰਾ ਕੁਝ ਸਿਖਾ ਦਿੱਤਾ ਜਾਂਦਾ। ਸਹਿਜ ਸੁਭਾਅ ਸਾਡਾ ਮਨ ਦ੍ਰਿੜ ਹੁੰਦਾ। ਉਸ ਤੋਂ ਬਾਅਦ ਜਦੋਂ ਸਾਨੂੰ ਗੁਰਮੰਤਰ ਦ੍ਰਿੜ ਹੋ ਜਾਂਦਾ ਹੈ, ਸਵਾਸ ਗ੍ਰਾਸ ਸਾਸ ਰੋਮ ਰੋਮ, ਉਸ ਤੋਂ ਬਾਅਦ ਫਿਰ ਸਾਡਾ ਧਿਆਨ ਸ਼ੁਰੂ ਹੁੰਦਾ ਹੈ। ਉਹ ਫਿਰ ਸਾਨੂੰ ਸਾਧੂ ਜਿਹੜੇ ਪੂਰਨ ਨੇ, ਜਿਨ੍ਹਾਂ ਦਾ ਪ੍ਰੈਕਟੀਕਲ ਹੈ, ਗੁਰਸਿੱਖ, ਗੁਰਮੁਖ, ਸੰਤ, ਸਾਧੂ ਵੱਖਰੀ ਵੱਖਰੀ ਸਟੇਜਾਂ 'ਤੇ ਗੁਰਮੁਖ ਵਿਚਰਦੇ ਨੇ, ਉਹ ਫਿਰ ਸਾਨੂੰ ਅੱਗੇ ਦੀ ਅੱਗੇ ਸੁਣ ਦੇ ਵਿੱਚ, ਫਿਰ ਸੁਣ ਤੋਂ ਬਾਅਦ ਜੋ ਅਨਾਹਦ ਦੀ ਧੁਨ ਹੈ, ਧੁਨ ਦੇ ਵਿੱਚ, ਫਿਰ ਧੁਨ ਤੋਂ ਬਾਅਦ ਗਾਂ ਦੀ ਗਾਂ ਪ੍ਰੈਕਟੀਕਲ ਸ਼ੁਰੂ ਕਰਾਉਂਦੇ ਨੇ। ਪਰ ਸਾਡੇ ਮਨ ਦੇ ਵਿੱਚ ਪਹਿਲੀ ਸਟੇਜ 'ਤੇ ਕਾਹਲ ਹੁੰਦੀ ਹੈ। ਇਸੇ ਕਾਹਲ ਦਾ ਫਾਇਦਾ ਕਾਲ ਚੁੱਕ ਲੈਂਦਾ ਹੈ, ਮਾਇਆ ਚੱਕਦੀ ਹੈ ਅਤੇ ਅਨਾੜੀ ਸੰਤ ਚੱਕਦੇ ਨੇ। ਉਹ ਵੀ ਸਾਨੂੰ ਇਹੀ ਕਹਿੰਦੇ ਨੇ ਵੀ ਤੁਹਾਨੂੰ ਇੰਨਾ ਜ਼ੋਰ ਲਾਉਣ ਦੀ ਲੋੜ ਨਹੀਂ, ਥੋੜ੍ਹੇ ਤੋਂ ਥੋੜ੍ਹਾ ਕਰੋ, 1 ਮਹੀਨੇ ਦੀ ਬਜਾਏ 10 ਦਿਨਾਂ ਵਿੱਚ ਤੁਸੀਂ ਇਸ ਤਰ੍ਹਾਂ ਕਰੋ, 5-7 ਦਿਨਾਂ ਵਿੱਚ ਕਰੋ। ਮਤਲਬ ਸ਼ਬਦ ਦੀ ਕਮਾਈ ਤੋਂ ਤੋੜ ਕੇ ਇੱਕ ਚਮਤਕਾਰੀ ਤੌਰ 'ਤੇ ਜਾਂ ਇੱਕ ਸਾਡੇ ਅੰਦਰ ਸਾਡੀ ਕੋਈ ਮਾੜੀ ਮੋਟੀ ਹੈਪਨਿੰਗ ਜੋ ਸਾਡੇ ਨਾਲ ਹੁੰਦੀ ਹੈ, ਜਾਂ ਕਿਸੇ ਨੂੰ ਕੋਈ ਮਾੜਾ ਮੋਟਾ ਸੁਪਨੇ ਦੇ ਵਿੱਚ ਕੋਈ ਵਿਜ਼ਨ ਆ ਗਿਆ, ਜਾਂ ਕੋਈ ਮਾੜਾ ਮੋਟਾ ਕੋਈ ਗੁਰਬਾਣੀ ਦਾ ਸ਼ਬਦ ਸੁਣ ਗਿਆ, ਉਸ ਨੂੰ ਵੀ ਇੰਨਾ ਵਧਾ ਕੇ ਕਹਿੰਦੇ ਨੇ ਵੀ ਤੁਹਾਡੇ 'ਤੇ ਤਾਂ ਇੰਨੀ ਕਿਰਪਾ ਹੈ ਨਾ ਜੀ ਵੀ ਤੁਸੀਂ ਤਾਂ ਪੂਰਨ ਬ੍ਰਹਮ ਗਿਆਨੀ ਹੋ, ਅਤੇ ਅਸੀਂ ਵਡਿਆਈ ਵਿੱਚ ਫਸ ਜਾਂਦੇ ਹਾਂ। ਸੋ ਇਸੇ ਕਰਕੇ ਗੁਰਮੁਖ ਪਿਆਰਿਓ, ਆਪ ਜੀ ਨੂੰ ਸੁਚੇਤ ਕੀਤਾ ਜਾਂਦਾ ਕਿ ਜਿੰਨੀ ਦੇਰ ਤੱਕ ਆਪ ਦੀ ਸ਼ਬਦ ਦੀ ਕਮਾਈ ਪੂਰੀ ਨਹੀਂ ਹੋਈ, ਆਪ ਪਾਉਣ ਤੋਂ ਵੱਖ ਹੋਣਾ ਨਹੀਂ ਸਿੱਖੇ, ਆਪ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਰਿਲੈਕਸ ਕਰਨਾ ਨਹੀਂ ਸਿੱਖੇ, ਆਪ ਜੀ ਨੇ ਕੋਈ ਵੀ ਧਿਆਨ ਨਹੀਂ ਕਰਨਾ। ਚਾਹੇ ਔਨਲਾਈਨ ਕਲਾਸਾਂ ਵੀ ਹੁੰਦੀਆਂ ਨੇ, ਉਹਦੇ ਵਿੱਚ ਵੀ ਜੇਕਰ ਆਪ ਦੀ ਅਵਸਥਾ ਅਨਾਹਦ ਸ਼ਬਦਾਂ ਤੱਕ, ਅੰਮ੍ਰਿਤ ਰਸ ਤੱਕ ਨਹੀਂ ਹੈਗੀ, ਤਾਂ ਆਪ ਜੀ ਨੇ ਧਿਆਨ ਨਹੀਂ ਲਾਉਣਾ ਤਾਂ ਕਿ ਕਿਸੇ ਦਾ ਵੀ ਆਪਣਾ ਸਰੀਰਕ ਨੁਕਸਾਨ ਨਾ ਹੋ ਜਾਵੇ। ਕਿਉਂਕਿ ਇਹ ਕੋਈ ਦੁਨਿਆਵੀ ਮੈਡੀਟੇਸ਼ਨ ਜਾਂ ਕੋਈ ਕੋਰਸ ਜਾਂ ਕੋਈ ਇੱਦਾਂ ਦਾ ਇਹ ਇੱਕ ਰਸਤਾ ਨਹੀਂ ਵੀ ਸ਼ਾਇਦ ਦੀ ਕੋਈ ਪੁਆਇੰਟ 'ਤੇ ਧਿਆਨ ਲਾ ਕੇ ਇੱਕਦਮ ਕੋਈ ਚਮਤਕਾਰ ਹੋ ਜਾਏਗਾ, ਸ਼ਾਇਦ ਦਾ ਕੋਈ ਸਾਨੂੰ ਕਮਾਈ ਨਾ ਕਰਨੀ ਪਏਗੀ ਕਿ ਮਾਲਕ ਇੱਕਦਮ ਸਾਨੂੰ ਦਰਸ਼ਨ ਦੇ ਦੇਣਗੇ। ਇੱਦਾਂ ਦਾ ਕੁਛ ਨਹੀਂ ਹੈਗਾ। ਆਪਾਂ ਸਟੈਪ ਬਾਈ ਸਟੈਪ ਵੀ ਪਹਿਲੋਂ ਗੁਰਮੰਤਰ ਦੀ ਪ੍ਰਵਖਤਾ ਬੈਖਰੀ ਬਾਣੀ ਵਿੱਚ ਕਰਦੇ ਹਾਂ, ਭਾਵ ਉੱਚੀ ਆਵਾਜ਼ ਦੇ ਵਿੱਚ, ਫਿਰ ਮੱਧਮ ਆਵਾਜ਼ ਦੇ ਵਿੱਚ, ਫਿਰ ਸਹਿਜ ਦੇ ਵਿੱਚ, ਫਿਰ ਅੰਤਰਗਤ ਸੁਣ ਦੇ ਵਿੱਚ ਬੈਠਣਾ, ਰੋਮ ਰੋਮ ਸ਼ਬਦ ਦਾ ਅਭਿਆਸ ਕਰਨਾ, ਜੋ ਕਿ ਸਾਡੀਆਂ ਜਿਵੇਂ ਵੀ ਗੁਰਬਾਣੀ ਗੁਰੂ ਨੇ ਆਪਾਂ ਨੂੰ ਸਮਝਾਇਆ ਹੈ, ਜਾਂ ਸਾਡੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਹੋਣਾ ਨੇ ਸਾਨੂੰ ਦੱਸਿਆ, ਉਹਦੇ ਤੋਂ ਉਹਨਾਂ ਦੀ ਸਮਝ ਤੋਂ ਬਾਅਦ, ਗੁਰਬਾਣੀ ਗੁਰੂ ਦੀ ਸਮਝ ਤੋਂ ਬਾਅਦ ਆਪਣੇ ਸੱਚਨਾਦ ਚੈਨਲ 'ਤੇ 1000 ਤੋਂ ਵੱਧ ਵੀਡੀਓਜ਼ ਪਈਆਂ ਨੇ, ਕੁਐਸਚਨ ਆਨਸਰ ਪਏ ਆ। ਆਪ ਜੀ ਉਹਨਾਂ ਦੇ ਵਿੱਚ ਦੇਖ ਸਕਦੇ ਹੋ ਵੀ ਰੋਮ ਰੋਮ ਸਿਮਰਨ ਕਿਵੇਂ ਕਰਨਾ, ਸਵਾਸ ਸਾਸ ਕਿਵੇਂ ਕਰਨਾ, ਸਵਾਸ ਗ੍ਰਾਸ ਕਿਵੇਂ ਕਰਨਾ, ਸੁੰਨ 'ਚ ਕਿਵੇਂ ਜਾਣਾ, ਵਿਚਾਰ ਕੀ ਹੁੰਦੇ ਆ, ਕਾਮ ਦੇ ਵਿਚਾਰ ਕੀ ਆ, ਕ੍ਰੋਧ ਦੇ ਕੀ ਆ, ਠਾਠ ਹੱਟਾਂ ਕੀ ਨੇ, 5 ਤੱਤ ਕੀ ਨੇ, ਮਨ ਕਿਵੇਂ ਬਣਿਆ, ਤਨ ਕਿਵੇਂ ਬਣਿਆ। ਆਪ ਸਾਰਾ ਪਹਿਲਾਂ ਸਰਵਣ ਕਰੋ, ਸਾਰੀਆਂ ਕਥਾ ਵੱਖ-ਵੱਖ ਪੁਆਇੰਟਸ, ਵੱਖ-ਵੱਖ ਪੁਆਇੰਟਾਂ ਦੇ ਉੱਪਰ ਜੋ ਸਵਾਲ ਜਵਾਬ ਨੇ, ਔਰ ਉਸ ਤੋਂ ਬਾਅਦ ਆਪ ਫਿਰ ਪ੍ਰੈਕਟੀਕਲ ਵੀ ਕਰੋ। ਤੋ ਸਭ ਤੋਂ ਪਹਿਲਾਂ ਜਿਹੜਾ ਮੁੱਢ ਹੈ ਉਹ ਗੁਰਮੰਤਰ ਸ਼ਬਦ ਦਾ ਅਭਿਆਸ ਹੈ। ਜੇ ਤੁਹਾਡਾ ਅਭਿਆਸ ਨਹੀਂ ਹੈਗਾ ਤਾਂ ਫਿਰ ਤੁਸੀਂ ਕਿਸੇ ਵੀ ਵਕਤ ਮਾਰ ਖਾ ਸਕਦੇ ਹੋ। ਅਤੇ ਜੇ ਤੁਸੀਂ ਅਭਿਆਸ ਕਰਨਾ ਨਹੀਂ ਚਾਹੁੰਦੇ ਅਤੇ ਤੁਹਾਨੂੰ ਇਸ ਤਰ੍ਹਾਂ ਕੋਈ ਸੁਣਨ ਨੂੰ ਵਧੀਆ, ਇੱਕ ਕੰਨਾਂ ਨੂੰ ਵਧੀਆ ਲੱਗਣ ਵਾਲੀਆਂ ਕਥਾਵਾਂ, ਗੱਲਾਂ ਬਾਤਾਂ ਮਿਲਦੀਆਂ ਨੇ, ਆਪਾਂ ਛੇਤੀ ਨਾਲ ਉੱਧਰ ਵੱਧ ਜਾਂਦੇ ਹਾਂ। ਹੁੰਦਾ ਕੀ ਹੈ, ਜਿਹੜਾ ਮਾੜਾ ਮੋਟਾ ਸਾਡਾ ਪਹਿਲੋਂ ਅਭਿਆਸ ਕੀਤਾ ਹੁੰਦਾ ਹੈ,
ਜਾਂ ਕੋਈ ਮਾੜੀ ਮੋਟੀ ਸਾਡੇ ਸਰੀਰ ਦੇ ਵਿੱਚ ਕੁਦਰਤੀ ਤੌਰ 'ਤੇ ਕੋਈ એનર્ਜੀ ਹੁੰਦੀ ਹੈ, ਥੋੜ੍ਹੇ ਸਮੇਂ ਬਾਅਦ ਗਲਤ ਰਸਤੇ 'ਤੇ ਚੱਲਣ ਕਰਕੇ, ਕਾਹਲ ਕਰਕੇ ਉਹ ਖਤਮ ਹੋ ਜਾਂਦੀ ਹੈ ਅਤੇ ਫਿਰ ਅਸੀਂ ਦੋਨੋਂ ਪਾਸੇ ਦੋਨੋਂ ਰਸਤਿਆਂ 'ਤੇ ਹੀ ਨਹੀਂ ਰਹਿੰਦੇ। ਇੱਕ ਸਾਡਾ ਮਨ ਆਟੋਮੈਟਿਕ ਹੀ ਜਿਹੜਾ ਹੈਗਾ ਉਹ ਭਵਜਲ ਦੇ ਵਿੱਚ ਡਿੱਗ ਜਾਂਦਾ, ਸਾਡੇ ਸਰੀਰ ਉੱਪਰ ਲੋਡ ਆ ਜਾਂਦਾ। ਫਿਰ ਜਦੋਂ ਸਰੀਰ ਦੇ ਵਿੱਚ ਇਸ ਤਰ੍ਹਾਂ ਵਾਈਬ੍ਰੇਸ਼ਨਾਂ ਹੋਣ ਲੱਗ ਗਈਆਂ, ਲੋਡ ਆਉਣ ਲੱਗ ਗਏ, ਵਿਚਾਰ ਵਧਣ ਲੱਗ ਗਏ, ਫਿਰ ਕੋਈ ਸਾਡੀ ਬਾਂਹ ਨਹੀਂ ਫੜਦਾ। ਫਿਰ ਅਗਲੇ ਵੀ ਕਹਿ ਦਿੰਦੇ ਆ ਜੀ ਇਸ ਬਾਰੇ ਤਾਂ ਸਾਨੂੰ ਪਤਾ ਨਹੀਂ, ਡਾਕਟਰਾਂ ਕੋਲ ਜਾਓ, ਇਸ ਤਰ੍ਹਾਂ ਕਰੋ। ਫਿਰ ਇਸ ਕਰਕੇ ਅਸੀਂ ਪਹਿਲਾਂ ਹੀ ਸੇਫ ਚੱਲਣਾ, ਛੇਤੀ ਨਾਲ। ਮਹਾਰਾਜ ਨੇ ਜੋ ਗੁਰਬਾਣੀ ਵਿੱਚ ਦੱਸਿਆ, ਕਿਸੇ ਰੰਗ ਦਾ ਧਿਆਨ ਨਹੀਂ ਲੈਣਾ, ਕਿਸੇ ਆਕਾਰ ਦਾ ਧਿਆਨ ਨਹੀਂ ਲੈਣਾ, ਕੋਈ ਤੁਸੀਂ ਸਰੀਰ ਵਿੱਚ ਕਿਤੇ ਪੁਆਇੰਟ 'ਤੇ ਧਿਆਨ ਨਹੀਂ ਲਾਉਣਾ, ਸਿਰਫ ਅਤੇ ਸਿਰਫ ਸ਼ਬਦ ਦਾ ਅਭਿਆਸ ਕਰਨਾ। ਸ਼ਬਦ ਦਾ ਅਭਿਆਸ ਕਰਨ ਤੋਂ ਬਾਅਦ ਜਦੋਂ ਮਨ ਸਰੀਰ ਤੋਂ ਵੱਖ ਹੋਣਾ ਸਿੱਖ ਲਏਗਾ, ਪਾਉਣ ਤੋਂ ਵੱਖ ਹੋਣਾ ਸਿੱਖ ਲਏਗਾ, ਅਤੇ ਉਦੋਂ ਫਿਰ ਆਪਣਾ ਅੱਗਾਂ ਧਿਆਨ ਸ਼ੁਰੂ ਹੁੰਦਾ ਹੈ। ਉਹ ਸਿਰਫ ਸੁਣਨ ਦੇ ਵਿੱਚ ਹੀ ਧਿਆਨ ਹੁੰਦਾ ਹੈ, ਗਾਂ ਸਰੀਰ ਦੇ ਵਿੱਚ ਨਹੀਂ ਕਿਤੇ ਧਿਆਨ ਹੁੰਦਾ। ਔਰ ਸੁਣਾ ਕੇ ਆਪਾਂ ਛੇਤੀ ਨਾਲ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਦੇ ਸਰੀਰ ਦਾ ਬੈਲੈਂਸ ਨਹੀਂ ਖਰਾਬ ਕਰ ਲੈਣਾ, ਕਿਉਂਕਿ ਇਹ ਸਾਡਾ ਮਾਨਸ ਜਾਮਾ ਸਾਨੂੰ ਬੜੇ ਯੁਗਾਂ ਤੋਂ ਬਾਅਦ, ਸਾਡੀਆਂ ਅਨੇਕਾਂ ਜੋਦੜੀਆਂ ਤੋਂ ਬਾਅਦ ਮਿਲਿਆ। ਅਤੇ ਜੇ ਆਪਾਂ ਮਾਨਸ ਜਾਮੇ ਦੀ ਵਿੱਚ ਜੋ ਮਿਲੀ ਦੇਹੀ ਹੈ, ਇਸੇ ਨੂੰ ਹੀ ਆਪਾਂ ਖਰਾਬ ਕਰ ਲਿਆ, ਇਸੇ ਨੂੰ ਹੀ ਆਪਾਂ ਫੁਰਨਿਆਂ ਵੱਸ ਹੋ ਕੇ, ਅਤੇ ਇਸੇ ਦੇ ਵਿੱਚ ਹੀ ਕਮੀਆਂ ਆ ਗਈਆਂ, ਇਸ ਨੂੰ ਦੁੱਖ ਪੈ ਗਏ, ਇਹਦੇ ਉੱਪਰ ਕਾਲ ਨੇ। ਇਹੀ ਕਾਲ ਚਾਹੁੰਦਾ ਹੈ ਵੀ ਇਹ ਪਾਗਲਪਨ ਵੱਲ ਵੱਧ ਜਾਣ, ਵਿਚਾਰਾਂ ਵੱਲ ਵੱਧ ਜਾਣ, ਅਤੇ ਫਿਰ ਆਪਾਂ ਲਾਹਾ ਕਿਵੇਂ ਲਵਾਂਗੇ? ਆਪਾਂ ਮਾਨਸ ਜਾਮੇ ਦਾ ਲਾਹਾ ਤਾਂ ਕੀ ਲੈਣਾ, ਆਪਾਂ ਦੁਨਿਆਵੀ ਕਰਮਾਂ ਤੋਂ ਵੀ ਜਾਵਾਂਗੇ। ਇਸ ਕਰਕੇ ਸੋਚ ਸਮਝ ਕੇ, ਡਰ ਕੇ, ਵੇਖ ਕੇ ਫਿਰ ਕਿਸੇ ਦੇ ਪਿੱਛੇ ਆਪਾਂ ਲੱਗਣਾ। ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਅਗਲਿਆਂ ਨੇ ਤਾਂ ਗੱਲਾਂ ਕਰਕੇ ਹਟ ਜਾਣਾ, ਜੋ ਅਸੀਂ ਬਹੁਤ ਸਾਰੇ ਮੀਡੀਆ ਦੇ ਉੱਪਰ ਹਜ਼ਾਰਾਂ ਚੈਨਲਸ ਨੇ, ਅਤੇ ਆਪਣਾ ਜਿਹੜਾ ਹੈਗਾ ਉਹ ਨੁਕਸਾਨ ਹੋ ਜਾਣਾ। ਸੋ ਇਸ ਕਰਕੇ ਇਹ ਇੱਕ ਸਾਡੇ ਸਰੀਰ ਦਾ ਕੰਮ, ਅਤੇ ਕਾਹਲ ਨਹੀਂ ਕਿਸੇ ਨੇ ਵੀ ਕਰਨੀ। ਸਿਰਫ ਤੁਸੀਂ ਆਵਾਜ਼ ਦੇ ਵਿੱਚ ਧਿਆਨ ਧਰ ਕੇ, ਸਹਿਜ ਸਹਿਜ ਉੱਚੀ ਬੋਲ ਕੇ ਗੁਰਮੰਤਰ ਦਾ ਅਭਿਆਸ ਜਿਵੇਂ ਮਰਜ਼ੀ ਕਰੋ, ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਅਤੇ ਬਿਨਾਂ ਪੁੱਛੇ ਜਾਂ ਬਿਨਾਂ ਤੁਹਾਨੂੰ ਜਾਣਕਾਰੀ ਹੋਇਆਂ, ਜਾਂ ਜੇ ਤੁਹਾਡੇ 'ਤੇ ਕਿਰਪਾ ਨਹੀਂ ਅਤੇ ਤੁਸੀਂ ਧੱਕੇ ਨਾਲ ਕੋਈ ਧਿਆਨ ਲਾਉਂਦੇ ਹੋ, ਤੁਹਾਡਾ ਨੁਕਸਾਨ ਹੋ ਜਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮਾੜੇ ਉਹਦੇ ਸਿੱਟੇ ਨਿਕਲਦੇ ਆ। ਸੋ ਇੰਨੀਆਂ ਬੇਨਤੀਆਂ ਨੇ, ਅਤੇ ਜਿਨ੍ਹਾਂ ਦੇ ਉੱਪਰ ਕੋਈ ਵਾਈਬ੍ਰੇਸ਼ਨ ਜਾਂ ਇਸ ਤਰ੍ਹਾਂ ਹੁਣ ਹੁੰਦੀ ਵੀ ਹੈ, ਆਪ ਸਹਿਜ ਸਹਿਜ ਸਾਰੇ ਸਿਮਰਨ ਕਰੋ। ਜਾਂ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਜਾਂ ਅਸੀਂ ਜੋ ਪਹਿਲਾਂ ਪ੍ਰੋਬਲਮਸ ਦੱਸੀਆਂ ਨੇ, ਇਹਨਾਂ 'ਚੋਂ ਕੋਈ ਵੀ ਪ੍ਰੋਬਲਮ ਹੈ, ਸਹਿਜ ਸਹਿਜ ਸਿਮਰਨ ਸ਼ੁਰੂ ਕਰ ਦਿਓ। ਥੋੜ੍ਹਾ ਥੋੜ੍ਹਾ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਔਰ ਕਥਾ ਵਿਚਾਰਾ ਸੁਣੋ। ਸਾਡੀਆਂ ਔਨਲਾਈਨ ਕਲਾਸਾਂ ਵੀ ਹੁੰਦੀਆਂ ਨੇ। ਔਰ ਜੇ ਆਪ ਜੀ ਨੂੰ ਕੋਈ ਵੀ ਸਰੀਰਕ ਤੌਰ 'ਤੇ ਕੋਈ ਪ੍ਰੋਬਲਮ ਹੈ, ਜਾਂ ਆਪ ਜੀ ਅੰਦਰ ਨਾਹਦ ਸ਼ਬਦ ਨਹੀਂ ਪ੍ਰਗਟ, ਅੰਮ੍ਰਿਤ ਰਸ ਨਹੀਂ ਪ੍ਰਗਟ, ਆਪ ਜੀ ਦੇ ਉੱਪਰ ਪਹਿਲਾਂ ਤੋਂ ਹੀ ਕੋਈ ਧਿਆਨ ਲਾਉਣ ਕਰਕੇ ਸਟ੍ਰੈਸ ਬਣਿਆ ਹੋਇਆ, ਤਾਂ ਆਪ ਜੀ ਔਨਲਾਈਨ ਕਲਾਸ ਵਿੱਚ ਜਦੋਂ ਕੋਈ ਧਿਆਨ ਵੀ ਲਵਾਇਆ ਜਾਂਦਾ ਹੈ, ਤਾਂ ਆਪ ਨਾ ਲਾਓ, ਸਿਰਫ ਸਿਮਰਨ ਕਰਕੇ ਸਹਿਜ 'ਚ ਹੀ ਬੈਠੋ। ਚਾਹੇ ਅਸੀਂ ਦੱਸਦੇ ਹਾਂ, ਚਾਹੇ ਕੋਈ ਵੀ ਦੱਸਦਾ, ਸਰੀਰਕ ਤੌਰ 'ਤੇ ਜੇਕਰ ਵੀ ਦਿੱਕਤ ਆ ਤਾਂ ਆਪਾਂ ਕੋਈ ਵੀ ਧਿਆਨ ਨਹੀਂ ਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।